कमल के जोग्राफी फंडे अब कभी नहीं आएंगे अंडे। प्यारे विद्यार्थियों, ਅੱਜ ਅਸੀਂ +2 ਜੀਓਗ੍ਰਾਫੀ ਦਾ ਪਾਠ ਨੰਬਰ 8 ਚੋਣਵੇਂ ਮੁੱਦਿਆਂ ਤੇ ਭੂਗੋਲਿਕ ਦ੍ਰਿਸ਼ਟੀਕੋਣ ਤੋਂ ਇੱਕ ਨਜ਼ਰ ਪਾਠ ਦੇ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ। ਪਹਿਲਾ ਪ੍ਰਸ਼ਨ ਹੈ, ਵਾਤਾਵਰਣ ਕਿਸ ਨੂੰ ਕਹਿੰਦੇ ਹਨ? ਉੱਤਰ, ਮਨੁੱਖ ਅਤੇ ਜੀਵ ਜੰਤੂਆਂ ਦੇ ਆਲੇ ਦੁਆਲੇ ਜੋ ਇੱਕ ਘੇਰਾ ਬਣਿਆ ਹੋਇਆ ਹੈ, ਜਿਸ ਵਿੱਚ ਉਹ ਲਗਾਤਾਰ ਸਹਿਜੀਵੀ ਰਿਸ਼ਤੇ ਵਿੱਚ ਵਿਚਰ ਰਿਹਾ ਹੈ, ਵਾਤਾਵਰਣ ਅਖਾਉਂਦਾ ਹੈ। ਅਗਲਾ ਪ੍ਰਸ਼ਨ ਹੈ, ਪ੍ਰਦੂਸ਼ਣ ਕੀ ਹੈ? ਜਦੋਂ ਭੌਤਿਕ ਵਾਤਾਵਰਣ ਵਿੱਚ ਕੁਝ ਜ਼ਹਿਰੀਲੇ ਪਦਾਰਥ ਅਤੇ ਰਸਾਇਣ ਜ਼ਿਆਦਾ ਮਾਤਰਾ ਵਿੱਚ ਇਕੱਠੇ ਹੋ ਜਾਂਦੇ ਹਨ ਅਤੇ ਪਾਣੀ, ਹਵਾ ਅਤੇ ਮਿੱਟੀ ਨੂੰ ਅਯੋਗ ਬਣਾ ਦਿੰਦੇ ਹਨ, ਇਸ ਨੂੰ ਅਸੀਂ ਪ੍ਰਦੂਸ਼ਣ ਕਹਿੰਦੇ ਹਾਂ। ਅਗਲਾ ਸਵਾਲ ਹੈ, ਭੂ ਪ੍ਰਦੂਸ਼ਣ ਕੀ ਹੈ? ਮਿੱਟੀ ਵਿੱਚ ਜ਼ਹਿਰੀਲੇ ਪਦਾਰਥਾਂ ਦੇ ਜਮ੍ਹਾਂ ਹੋਣ ਨਾਲ ਮਿੱਟੀ ਦੇ ਭੌਤਿਕ, ਰਸਾਇਣਿਕ ਅਤੇ ਜੈਵਿਕ ਸੰਰਚਨਾ ਵਿੱਚ ਤਹਿਸ-ਨਹਿਸ ਹੋ ਜਾਂਦੀ ਹੈ। ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਖਤਮ ਹੋ ਜਾਂਦੀ ਹੈ। ਬੇਟੋ ਅਗਲਾ ਸਵਾਲ ਹੈ, ਜਲ ਪ੍ਰਦੂਸ਼ਣ ਦੇ ਕੋਈ 2 ਕਾਰਨ ਦੱਸੋ। ਬੇਟਾ ਉੱਤਰ ਪਹਿਲਾ, ਸ਼ਹਿਰੀ ਸੀਵਰੇਜ, ਦੂਸਰਾ ਕਾਰਖਾਨੇ ਵਿੱਚੋਂ ਨਿਕਲਿਆ ਪਾਣੀ। ਯੂਟਰੋਫਿਕੇਸ਼ਨ ਕਿਸ ਨੂੰ ਕਹਿੰਦੇ ਹਨ? ਯੂਟਰੋਫਿਕੇਸ਼ਨ ਪ੍ਰਕਿਰਿਆ ਉਦੋਂ ਵਾਪਰਦੀ ਹੈ ਜਦੋਂ ਜ਼ਿਆਦਾ ਮਾਤਰਾ ਵਿੱਚ ਰਸਾਇਣਿਕ ਖਾਦਾਂ ਦੇ ਰੂਪ ਵਿੱਚ ਵਰਤੇ ਜਾਂਦੇ ਨਾਈਟ੍ਰੇਟ, ਫਾਸਫੇਟ ਜਲ ਦੇ ਸੋਮੇ ਨਾਲ ਮਿਲ ਕੇ ਐਲਗੀ ਨੂੰ ਖਾਣ ਵਾਲੇ ਬੈਕਟੀਰੀਆ ਦੀ ਮਾਤਰਾ ਵਧਾ ਦਿੰਦੇ ਹਨ, ਜਿਸ ਨਾਲ ਪਾਣੀ ਵਿੱਚ ਘੁਲੀ ਹੋਈ ਨਮੀ ਘਟ ਜਾਂਦੀ ਹੈ ਅਤੇ ਪਾਣੀ ਦੇ ਜੀਵ ਜੰਤੂ ਮਰ ਜਾਂਦੇ ਹਨ। ਬੇਟੋ ਅਗਲਾ ਸਵਾਲ ਬਹੁਤ ਆਸਾਨ ਹੈ, ਜਲ ਦਿਵਸ ਕਦੋਂ ਮਨਾਇਆ ਜਾਂਦਾ ਹੈ? ਉੱਤਰ ਹੈ 22 ਮਾਰਚ। ਨਮਾਮੀ ਗੰਗੇ ਮੁਹਿੰਮ ਕੀ ਹੈ? ਗੰਗਾ ਨਦੀ ਨੂੰ ਸਾਫ਼ ਰੱਖਣ ਦੇ ਲਈ ਅਤੇ ਇਸ ਨੂੰ ਬਚਾਉਣ ਦੇ ਲਈ। ਅਗਲਾ ਪ੍ਰਸ਼ਨ ਹੈ, ਹਵਾ ਪ੍ਰਦੂਸ਼ਣ ਕੀ ਹੈ? ਜਦੋਂ ਹਵਾ ਵਿੱਚ ਜ਼ਹਿਰੀਲੇ ਅਤੇ ਅਣਚਾਹੇ ਪਦਾਰਥ ਮਿਲ ਕੇ ਹਵਾ ਨੂੰ ਦੂਸ਼ਿਤ ਕਰਦੇ ਹਨ, ਉਸ ਨੂੰ ਅਸੀਂ ਹਵਾ ਪ੍ਰਦੂਸ਼ਣ ਜਾਂ ਵਾਯੂ ਪ੍ਰਦੂਸ਼ਣ ਆਖਦੇ ਹਾਂ। ਹਵਾ ਪ੍ਰਦੂਸ਼ਣ ਦੇ ਕੋਈ 2 ਕੁਦਰਤੀ ਸਰੋਤ ਦੱਸੋ। ਕਿਸ ਆਕਾਰ ਦੇ ਧੂੜ ਕਣ ਸਭ ਤੋਂ ਜ਼ਿਆਦਾ ਖਤਰਨਾਕ ਹਨ? ਬੇਟੋ ਹਵਾ ਦੇ ਪ੍ਰਦੂਸ਼ਣ ਦੇ 2 ਕਾਰਕ ਨੇ, ਕੁਦਰਤੀ ਸਰੋਤ, ਦੂਸਰਾ ਹੈ ਮਨੁੱਖ ਦੁਆਰਾ ਪੈਦਾ ਕੀਤੇ ਸਰੋਤ। ਤੇ ਜਿਹੜੇ PM 2.5 ਮਾਈਕਰੋਮੀਟਰ ਜਿਹੜੇ ਨੇ ਕਣ ਸਭ ਤੋਂ ਜ਼ਿਆਦਾ ਖਤਰਨਾਕ ਨੇ। ਧਰਤੀ ਦਿਵਸ ਕਦੋਂ ਮਨਾਇਆ ਜਾਂਦਾ ਹੈ? ਉੱਤਰ ਹੈ 22 ਅਪ੍ਰੈਲ। ਸ਼ੀਆਚੀਨ ਦਾ ਸ਼ਾਬਦਿਕ ਅਰਥ ਕੀ ਹੈ? ਬੇਟਾ ਸ਼ੀਆ ਪਲੱਸ ਚੀਨ ਦਾ ਭਾਵ ਵੱਡੀ ਗਿਣਤੀ ਵਿੱਚ ਗੁਲਾਬਾਂ ਦੇ ਫੁੱਲ। ਅਗਲਾ ਸਵਾਲ ਹੈ, LOAC ਤੋਂ ਕੀ ਭਾਵ ਹੈ ਜਾਂ what is the full form of LOAC? ਲਾਈਨ ਆਫ ਐਕਚੁਅਲ ਕੰਟਰੋਲ। ਇਹ ਸ਼ੀਆਚੀਨ ਗਲੇਸ਼ੀਅਰ ਦੇ ਇਲਾਕੇ ਵਿੱਚ ਇੱਕ ਵਿਵਾਦਗ੍ਰਸਤ ਸਰਹੱਦ ਹੈ। ਅਗਲਾ ਪ੍ਰਸ਼ਨ, ਸਿੰਧ ਜਲ ਸੰਧੀ ਵਿੱਚ ਪੂਰਬੀ ਦਰਿਆ ਕਿਹੜੇ ਮੰਨੇ ਜਾਂਦੇ ਹਨ? ਬੇਟਾ ਪੂਰਬੀ ਦਰਿਆ ਨੇ ਰਾਵੀ, ਬਿਆਸ, ਸਤਲੁਜ ਜੋ ਕਿ ਭਾਰਤ ਵਿੱਚ ਹਨ, ਜਿਸ ਇੱਥੇ ਪੱਛਮੀ ਦਰਿਆ ਵੀ ਦੱਸ ਸਕਦੇ ਹਾਂ, ਸਿੰਧ, ਜੇਹਲਮ, ਚਿਨਾਬ ਜੋ ਕਿ ਪਾਕਿਸਤਾਨ ਵਿੱਚ ਨੇ। ਪਾਕ ਖਾੜੀ ਵਿੱਚ 14ਵੀਂ ਸਦੀ ਦੌਰਾਨ ਕਿਹੜੇ ਟਾਪੂ ਪ੍ਰਗਟ ਹੋਏ? ਬੇਟਾ ਪਹਿਲਾ ਹੈ ਕੱਚਾ ਟੀਬੂ ਔਰ ਦੂਸਰਾ ਹੈ ਰਾਮੇਸ਼ਵਰਮ। ਪਹਾੜੀ ਇਲਾਕਿਆਂ ਵਿੱਚ ਮਿਲਦੇ ਲਾ LA ਕੀ ਹਨ? ਬੇਟਾ ਲਾ ਦਾ ਅਰਥ ਹੈ ਦर्रे, ਪਾਸ। 2 ਪਹਾੜਾਂ ਦੇ ਵਿੱਚ ਆਉਣ ਜਾਣ ਦਾ ਜਿਹੜਾ ਰਸਤਾ ਹੈ ਉਸ ਨੂੰ ਆਪਾਂ ਦर्रा ਜਾਂ ਪਾਸ ਕਹਿੰਦੇ ਹਾਂ। ਅਗਲਾ ਪ੍ਰਸ਼ਨ, ਭਾਰਤ ਵਿੱਚ ਹੱਥੀਂ ਕਿਰਤ ਕਰਨ ਦੇ ਸਮਰਥ ਲੋਕਾਂ ਦੀ ਗਿਣਤੀ ਕਿੰਨੀ ਕੁ ਹੈ? ਬੇਟਾ ਜੀ ਉੱਤਰ ਹੈ 48 ਕਰੋੜ 60 ਲੱਖ ਦੇ ਲਗਭਗ। ਅਗਲਾ ਪ੍ਰਸ਼ਨ, ਸੰਸਾਰ ਵਿੱਚ ਇਸਤਰੀਆਂ ਦੀ ਪ੍ਰਤੀਨਿਧਤਾ ਲਈ ਸੰਸਾਰ ਦਾ ਮੋਹਰੀ ਦੇਸ਼ ਕਿਹੜਾ ਹੈ? ਬੇਟਾ ਉੱਤਰ ਹੈ ਰਵਾਂਡਾ। 64% 64% ਮਹਿਲਾਵਾਂ ਦੀ ਸਾਂਝੇਦਾਰੀ ਹੈ। ਕਿੱਥੇ ਪੈਂਦਾ ਜੀ? ਅਫਰੀਕਾ ਮਹਾਂਦੀਪ ਵਿੱਚ ਪੈਂਦਾ ਹੈ।
ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਕੁੱਲ ਕਿੰਨਾ ਕੁ ਪਸ਼ੂ ਧਨ ਹੈ? ਬੇਟਾ ਉੱਤਰ ਹੈ 19.1%। ਕੌਮਾਂਤਰੀ ਪੱਧਰ ਦਾ ਕਿਹੜਾ ਮੁੱਦਾ ਸਭ ਤੋਂ ਜ਼ਰੂਰੀ ਭੂਗੋਲਿਕ ਅਧਿਐਨ ਮੰਗਦਾ ਹੈ? ਬੇਟਾ ਜੀ ਉਹ ਹੈ ਪ੍ਰਦੂਸ਼ਣ ਦਾ ਮਸਲਾ। ਕਿਹੜੇ ਦੋ ਰਸਦਾਰ ਫਲ ਦੇ ਉਤਪਾਦਨ ਲਈ ਪੰਜਾਬ ਦੇਸ਼ ਭਰ ਵਿੱਚ ਮੋਹਰੀ ਹੈ? ਬੇਟਾ ਜੀ ਕਿੰਨੂ ਅਤੇ ਅੰਗੂਰ। ਹੁਣ ਅਗਲਾ ਪ੍ਰਸ਼ਨ ਹਨ ਜੋ ਕਿ 4 ਜਾਂ 5 ਵਾਕਾਂ ਵਿੱਚ ਲਿਖਣੇ ਨੇ। ਪਹਿਲਾ ਪ੍ਰਸ਼ਨ ਹੈ ਜ਼ਮੀਨ ਪ੍ਰਦੂਸ਼ਣ ਦੇ ਕੀ ਕਾਰਨ ਹਨ? ਇਸ ਦਾ ਖੇਤੀ ਤੇ ਕੀ ਪ੍ਰਭਾਵ ਪੈਂਦਾ ਹੈ? ਬੇਟਾ ਕਾਰਨ ਲਿਖਾਂਗੇ। ਪਹਿਲਾ ਕਾਰਨ ਹੈ ਖੇਤੀਬਾੜੀ ਦੇ ਉਤਪਾਦਨ ਲਈ ਵਰਤੇ ਜਾਂਦੇ ਨਦੀਨਾਸ਼ਕ, ਕੀਟਨਾਸ਼ਕ, ਜ਼ਹਿਰੀਲੀਆਂ ਦਵਾਈਆਂ ਆਦਿ ਦੇ ਛਿੜਕਾਅ ਦੇ ਕਾਰਨ। ਦੂਸਰਾ ਹੈ ਜੰਗਲਾਂ ਅਧੀਨ ਘਟਦਾ ਰਕਬਾ। ਤੀਸਰਾ ਹੈ ਕੂੜੇ ਦੇ ਢੇਰ। ਚੌਥਾ ਹੈ ਸ਼ਹਿਰੀਕਰਨ ਹੋਣ ਕਾਰਨ ਵੀ ਪ੍ਰਦੂਸ਼ਣ ਵੱਧ ਰਿਹਾ ਹੈ। ਬੇਟਾ ਜੀ ਖੇਤੀਬਾੜੀ ਉੱਪਰ ਪ੍ਰਭਾਵ ਕੀ ਪਏਗਾ? ਬੇਟਾ ਇਸ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਮਿੱਟੀ ਖਾਰੀ ਹੋ ਜਾਂਦੀ ਹੈ। ਅਗਲਾ ਪ੍ਰਸ਼ਨ ਜੋ ਅਕਸਰ ਪੇਪਰਾਂ ਵਿੱਚ ਆਉਂਦਾ ਹੈ 4R। What are 4R means? R means refuse, reuse, recycle and reduce। ਇਸ ਤਰ੍ਹਾਂ ਤੁਹਾਨੂੰ ਇਹ ਪਹੀਆ ਵੀ ਬਣਾਉਣਾ ਪਏਗਾ। ਰਿਫਿਊਜ਼ ਦਾ ਮਤਲਬ ਹੈ ਪੋਲੀਥੀਨ ਦੇ ਲਿਫਾਫੇ ਲੈਣ ਤੋਂ ਨਾ ਕਰ ਦੇਣੀ ਚਾਹੀਦੀ ਹੈ। ਰੀਯੂਜ਼ ਜੋ ਸਮਾਨ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਉਸ ਦੀ ਦੁਬਾਰਾ ਵਰਤੋਂ ਕਰਨੀ ਚਾਹੀਦੀ ਹੈ। ਤੀਸਰਾ ਆਰ ਰੀਸਾਈਕਲ ਘਰ ਦਾ ਨਾ ਵਰਤਣਯੋਗ ਸਮਾਨ ਕਬਾੜ ਜਿਹਨੂੰ ਆਪਾਂ ਕਹਿੰਦੇ ਆ ਇਕੱਠਾ ਕਰਕੇ ਕਬਾੜੀ ਨੂੰ ਵੇਚ ਦੇਣਾ ਚਾਹੀਦਾ ਹੈ ਤਾਂ ਜੋ ਉਸ ਨੂੰ ਪਿਘਲਾ ਕੇ ਦੁਬਾਰਾ ਵਰਤੋਂਯੋਗ ਬਣਾਇਆ ਜਾ ਸਕੇ। ਚੌਥਾ ਆਰ ਹੈ ਰਿਡਿਊਸ ਸਾਨੂੰ ਪਲਾਸਟਿਕ ਅਤੇ ਫਾਲਤੂ ਸਮਾਨ ਦੀ ਵਰਤੋਂ ਨੂੰ ਘਟਾ ਦੇਣਾ ਚਾਹੀਦਾ ਹੈ। ਬੇਟਾ ਅਗਲਾ ਪ੍ਰਸ਼ਨ ਹੈ ਜਲ ਪ੍ਰਦੂਸ਼ਣ ਕੀ ਹੁੰਦਾ ਹੈ? ਵੱਖ-ਵੱਖ ਤਰ੍ਹਾਂ ਦੇ ਜਲ ਪ੍ਰਦੂਸ਼ਣਾਂ ਦੇ ਨਾਮ ਦੱਸੋ। ਜਲ ਪ੍ਰਦੂਸ਼ਣ ਦੀ ਡੈਫੀਨੇਸ਼ਨ ਹੈ ਜਲ ਦੇ ਵਿੱਚ ਭੌਤਿਕ ਜਾਂ ਰਸਾਇਣਿਕ ਬਦਲਾਅ ਕਾਰਨ ਜਦੋਂ ਜਲ ਦੂਸ਼ਿਤ ਹੋ ਜਾਂਦਾ ਹੈ ਉਸ ਨੂੰ ਅਸੀਂ ਜਲ ਪ੍ਰਦੂਸ਼ਣ ਕਹਿੰਦੇ ਹਾਂ। ਜਲ ਪ੍ਰਦੂਸ਼ਣ ਦੇ ਨਾਮ ਸੀਵਰੇਜ ਦੇ ਕਾਰਨ ਬੇਟਾ ਜੀ, ਕਾਰਖਾਨਿਆਂ ਤੋਂ ਨਿਕਲਿਆ ਹੋਇਆ ਪਦਾਰਥ, ਰਸਾਇਣਿਕ ਖਾਦਾਂ ਦੇ ਰੂਪ ਵਿੱਚ ਵਰਤੇ ਜਾਣ ਵਾਲੇ ਨਾਈਟ੍ਰੇਟ ਫਾਸਫੇਟ ਆਦਿ। ਅਗਲਾ ਪ੍ਰਸ਼ਨ ਹੈ ਜਲ ਪ੍ਰਦੂਸ਼ਣ ਰੋਕਣ ਦੇ ਕੋਈ 4 ਤਰੀਕੇ ਦੱਸੋ। ਹੈਡਿੰਗ ਆ ਜਾਏਗਾ ਬੇਟਾ ਤਰੀਕੇ। ਤਾਪ ਬਿਜਲੀ ਘਰਾਂ ਨੂੰ ਗਰਮ ਪਾਣੀ ਨੂੰ ਨਹਿਰਾਂ ਵਿੱਚ ਸੁੱਟਣ ਤੋਂ ਪਹਿਲਾਂ ਪਾਣੀ ਠੰਡਾ ਕਰ ਲੈਣਾ ਚਾਹੀਦਾ ਹੈ। ਦੂਸਰਾ ਘਰਾਂ ਦਾ ਸੀਵਰੇਜ ਕਈ ਵਾਰ ਦਰਿਆਵਾਂ ਵਿੱਚ ਸੁੱਟਿਆ ਜਾਂਦਾ ਹੈ, ਇਸ ਤੇ ਰੋਕ ਲਗਾਉਣੀ ਚਾਹੀਦੀ ਹੈ। ਤੀਸਰਾ ਹੈ ਨਦੀਆਂ ਦੇ ਨਾਲ ਰਾਈਪੇਰੀਅਨ ਆਪਣਾ ਜਿਹੜਾ ਦਰਿਆ ਹੈ ਤੁਹਾਡਾ ਔਰ ਜਿਹੜੀ ਢਲਾਨਾਂ ਨੇ ਇਹਨੂੰ ਆਪਾਂ ਰਾਈਪੇਰੀਅਨ ਕਹਿੰਦੇ ਹਾਂ। ਰਾਈਪੇਰੀਅਨ ਬਫਰ ਨੂੰ ਵਧਾਉਣ ਦੇ ਯਤਨ ਕਰਨੇ ਚਾਹੀਦੇ ਹਨ। ਇਹ ਤੁਹਾਡਾ ਰਾਈਪੇਰੀਅਨ ਬਫਰ ਬਣਿਆ ਹੋਇਆ ਹੈ। ਅਗਲਾ ਅੰਨ੍ਹੇਵਾਹ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਘਟਾਉਣੀ ਚਾਹੀਦੀ ਹੈ। ਅਗਲਾ ਹੈ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਬੇਟਾ ਅਗਲਾ ਪ੍ਰਸ਼ਨ ਆਉਂਦਾ ਹੈ ਵਾਯੂ ਪ੍ਰਦੂਸ਼ਣ ਕਰਨ ਵਾਲੇ ਕੋਈ 4 ਕਾਰਕਾਂ ਦੇ ਨਾਮ ਦੱਸੋ। ਮਨੁੱਖੀ ਸਿਹਤ ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ। ਵਾਯੂ ਵਿੱਚ ਜਦੋਂ ਜ਼ਹਿਰੀਲੇ ਅਤੇ ਅਣਚਾਹੇ ਪਦਾਰਥ ਮਿਲ ਜਾਂਦੇ ਹਨ ਉਸ ਨੂੰ ਅਸੀਂ ਵਾਯੂ ਪ੍ਰਦੂਸ਼ਣ ਕਹਿੰਦੇ ਹਾਂ। ਵਾਯੂ ਪ੍ਰਦੂਸ਼ਣ ਦੇ ਕਾਰਨ ਨਵਾਂ ਹੈਡਿੰਗ ਹੈ, ਨਵੀਂ ਲਾਈਨ ਚ ਲਿਖਾਂਗੇ। ਪਹਿਲਾ ਜਵਾਲਾਮੁਖੀ ਵਿਸਫੋਟ ਕਾਰਨ ਨਿਕਲੀਆਂ ਗੈਸਾਂ। ਦੂਸਰਾ ਕਾਰਨ ਹਵਾ ਵਿੱਚ ਧੂੜ ਦੇ ਕਣ। ਤੀਸਰਾ ਉਦਯੋਗਾਂ ਵਿੱਚੋਂ ਨਿਕਲਿਆ ਧੂਆਂ। ਵਾਹਨਾਂ ਵਿੱਚੋਂ ਨਿਕਲਦਾ ਹੋਇਆ ਧੂਆਂ। ਮਨੁੱਖ ਦੁਆਰਾ ਕੂੜੇ ਦੇ ਢੇਰਾਂ, ਖਾਣਾ ਬਣਾਉਣ ਜਾਂ ਕਿਸੇ ਵੀ ਹੋਰ ਕਾਰਨ ਲਗਾਈ ਅੱਗ। ਮਨੁੱਖੀ ਸਿਹਤ ਤੇ ਅਸਰ ਨਵੀਂ ਹੈਡਿੰਗ 'ਚ ਲਿਖਾਂਗੇ। ਦੂਸ਼ਿਤ ਵਾਯੂ ਕਣ ਫੇਫੜਿਆਂ ਤੱਕ ਜਾ ਕੇ ਮਨੁੱਖ ਦੀ ਮੌਤ ਦਾ ਕਾਰਨ ਬਣ ਸਕਦੇ ਨੇ। ਦੂਸਰਾ ਕਾਰਨ ਹੈ ਵਾਯੂ ਪ੍ਰਦੂਸ਼ਣ ਨਾਲ ਭਾਰਤ ਵਿੱਚ ਹਰ ਸਾਲ ਲਗਭਗ 10 ਲੱਖ ਲੋਕ ਮਰ ਜਾਂਦੇ ਹਨ। ਅਗਲਾ ਪ੍ਰਸ਼ਨ ਬੱਚੋ ਪ੍ਰਸ਼ਨ ਨੰਬਰ 6।
ਭਾਰਤ ਨੂੰ ਦਰਪੇਸ਼ ਕੋਈ 4 ਔਂਕੜਾਂ ਦੇ ਨਾਮ ਦੱਸੋ ਜੋ ਭੂਗੋਲਿਕ ਅਧਿਐਨ ਮੰਗਦੀਆਂ ਨੇ। ਬੇਟਾ ਜੀ ਭਾਰਤ ਉੱਤਰ ਹੈ ਭਾਰਤ ਨੂੰ ਦਰਪੇਸ਼ 4 ਔਂਕੜਾਂ ਦਾ ਹੈਡਿੰਗ ਬਣਾਵਾਂਗੇ। ਇਸ ਪ੍ਰਸ਼ਨ ਵਿੱਚ ਮੈਂ ਨਕਸ਼ਾ ਵੀ ਬਣਾਇਆ ਹੈ। ਪਹਿਲਾ ਹੈ ਸ਼ੀਆਚਿਨ ਗਲੇਸ਼ੀਅਰ ਦਾ ਮੁੱਦਾ। ਆ ਸ਼ੀਆਚਿਨ ਗਲੇਸ਼ੀਅਰ ਬੇਟਾ ਜੀ ਬ੍ਰਾਊਨ ਕਲਰ ਦਾ। ਸਰ ਕ੍ਰੀਕ ਦਾ ਮੁੱਦਾ, ਇਹ ਗੁਜਰਾਤ ਦੇ ਨਾਲ ਅਤੇ ਪਾਕਿਸਤਾਨ ਦੀ ਜਿਹੜੀ ਸੀਮਾ ਉੱਥੇ ਲੱਗਾ ਉਹ ਵਾਲਾ ਹੈ। ਕੱਚਾ ਤੀਬੂ ਸ਼੍ਰੀਲੰਕਾ ਵਿੱਚ ਪੈਂਦਾ ਵਿਵਾਦਗ੍ਰਸਤ ਟਾਪੂ। ਇਹ ਭਾਰਤ ਹੈ, ਇਹ ਸ਼੍ਰੀਲੰਕਾ ਹੈ, ਇਹ ਕੱਚਾ ਤੀਬੂ ਹੈ। ਸਿੰਧ ਜਲ ਸੰਧੀ ਦਾ ਮੁੱਦਾ, ਸਿੰਧ ਜਲ ਨਦੀ ਜਿਹੜੀ ਹੈ ਉਹ ਜੰਮੂ ਕਸ਼ਮੀਰ ਵਿੱਚ ਹੈ। ਆ ਬਣਾਇਆ ਹੋਇਆ ਮੈਂ ਨਕਸ਼ਾ, ਇਸ ਤਰ੍ਹਾਂ ਨਕਸ਼ਾ ਬਣਾ ਸਕਦੇ ਹਾਂ। ਨਕਸ਼ਾ ਬਣਾ ਕੇ ਅੱਛੇ ਨੰਬਰ ਆਣਗੇ। ਅਗਲਾ ਪ੍ਰਸ਼ਨ ਹੈ ਆਰਥਿਕ ਪੱਖੋਂ ਅਸੀਂ ਸੰਸਾਰ ਦੇ ਦੇਸ਼ਾਂ ਦੀ ਮੋਟੀ ਜਿਹੀ ਵੰਡ ਕਿਵੇਂ ਕਰਦੇ ਹਨ। ਉੱਤਰ ਹੈ ਦੇਸ਼ਾਂ ਦੀ ਆਰਥਿਕ ਵੰਡ। ਹੈਡਿੰਗ ਬਣਾਵਾਂਗੇ। ਇਸ ਵਿੱਚ ਦੱਸਾਂਗੇ ਪਹਿਲੇ ਨੰਬਰ ਤੇ ਵਿਕਸਿਤ ਦੇਸ਼ ਡਿਵੈਲਪਡ ਕੰਟਰੀਜ਼, ਦੂਸਰਾ ਵਿਕਾਸਸ਼ੀਲ ਦੇਸ਼ ਡਿਵੈਲਪਿੰਗ ਕੰਟਰੀਜ਼ और तीसरा है अविकसित देश अंडर डेवलप्ड कंट्रीज। पहला विकसित देश वो देश जिन्हां विच काफ़ी हद तक विकास हो चुका है। उदाहरण के तौर पर बेटा जी USA, जापान, इटली वगैरह। विकसित या डेवलपिंग कंट्रीज जो देश अजय विकास कर रहे हैं जिवें भारत, चीन आदि। तीसरा है अविकसित देश अंडर डेवलपिंग कंट्रीज, तीसरी श्रेणी वाले देश जो बहुत गरीब हैं जिवें कि मलेशिया, ताइवान आदि। बच्चों 8वां सवाल है सिंध जल संधि अनुसार पश्चिमी दरियावां दा जल किहड़े कारजां लई भारत वरत सकदा है। बेटा पहला मैं पश्चिमी दरिया बारे दस्सिया है। पश्चिमी दरिया ने सिंध, चनाब और झेलम। छोटा जिहा जम्मू कश्मीर का नक्शा बनाया है और मुख्य नदियां बनाई ने। फिर मैं लिखा है प्रमुख कारज घरोगी वरतों लई, किसी अजिहे वरतों लई वरते पानी नूं खत्म ना करें। तीसरा है खेतीबाड़ी लई। चौथा है पन बिजली उत्पादन लई। अगला प्रश्न है 9वां भूगोलिक सिरमौरता पक्षों अध्ययन दियां कोई 4 शाखावां दे नाम दसो। बेटा मुख्य शाखावां ने। हैडिंग भू आकृति विज्ञान पक्ष, इस विच जलवायु विज्ञानिक सिरमौरता। दूसरा महासागरी धातां विलक्षण वृक्ष बूटे या पेड़ पौधे ਅਤੇ जीव जंतु आदि आउंदे हन। दूसरा है मानवी साधना की उत्तमता, इस विच खेती खेतर दीआं अगेतां बुनियादी ढांचे दीआं सुंदरता सनती प्राप्तियां शामिल हैं। बेटा तीसरा है सभ्याचारक विशेषतावां, इस अधीन कौमी चिन्ह, कबायली दौलत ਅਤੇ धार्मिक सहवास शामिल है। चौथा है जन आंकड़ियां ਦੀ ਸਿਰਮੌਰਤਾ, ਇਸ ਦੇ ਅਧੀਨ ਇਤਿਹਾਸਿਕ ਸਥਾਨ। दूसरा है सैलानी रुचियां ਦੇ ਸਥਾਨਾਂ ਦੀ ਸ਼ਾਨ शामिल है। प्रश्न नंबर 10 है बेटा ਸਮੁੰਦਰ ਤਲ ਤੋਂ ਉੱਚਾ ਜਾਣ ਨਾਲ ਕੀ ਬਿਮਾਰੀ ਹੁੰਦੀ ਹੈ ਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। बेटा ਬਿਮਾਰੀ ਜਿਹਨੂੰ ਆਪਾਂ ਕਹਿੰਦੇ ਹਾਂ ਮਾਊਂਟੇਨ ਸਿਕਨੈਸ। ਬਚਾਅ ਕੀ ਹੈ, ਪਹਿਲੇ 2-3 ਦਿਨ ਘੱਟ ਆਕਸੀਜਨ ਵਾਲੇ ਇਲਾਕਿਆਂ ਵਿੱਚ ਰਹਿ ਕੇ ਆਪਣੇ ਆਪ ਨੂੰ ਪਹਿਲਾਂ ਢਾਲਣਾ ਚਾਹੀਦਾ ਹੈ। ਹੁਣ ਸਵਾਲ ਨੰਬਰ 3 ਜੋ ਕਿ 10 ਜਾਂ 12 ਵਾਕਾਂ ਵਿੱਚ ਲਿਖਣਾ ਹੈ। ਪਹਿਲਾ ਸਵਾਲ ਹੈ ਵਾਯੂ ਪ੍ਰਦੂਸ਼ਣ ਰੋਕਣ ਉੱਪਰ ਇੱਕ ਸੰਖੇਪ ਨੋਟ ਲਿਖੋ। ਉੱਤਰ ਬੇਟਾ ਹੈਡਿੰਗ ਦੇਵਾਂਗੇ ਵਾਯੂ ਪ੍ਰਦੂਸ਼ਣ ਨੂੰ ਰੋਕਣ ਦੇ ਉਪਾਅ। ਪਹਿਲਾ ਗੈਰ ਰਿਵਾਇਤੀ ਸੋਮਿਆਂ ਦੀ ਵਰਤੋਂ ਜਿਵੇਂ ਸੌਰ ਊਰਜਾ, ਪੌਣ ਊਰਜਾ ਆਦਿ ਦੀ ਵਰਤੋਂ ਨੂੰ ਵਧਾਉਣਾ। ਦੂਸਰਾ ਹੈ ਰੁੱਖਾਂ ਨੂੰ ਕੱਟਣ ਤੇ ਰੋਕ ਲਗਾਉਣੀ ਚਾਹੀਦੀ ਹੈ। ਤੀਸਰਾ ਹੈ ਜ਼ਿਆਦਾ ਤੋਂ ਜ਼ਿਆਦਾ ਦਰਖਤ ਲਗਾਉਣੇ ਚਾਹੀਦੇ ਨੇ। ਚੌਥਾ ਬੇਲੋੜੇ ਬੈਰੀਅਰਸ ਅਤੇ ਚੈੱਕ ਪੋਸਟਾਂ ਆਦਿ ਨੂੰ ਘਟਾਉਣਾ ਚਾਹੀਦਾ ਹੈ ਤਾਂ ਜੋ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ। ਪੰਜਵਾਂ ਹੈ ਹਵਾ ਨੂੰ ਸਾਫ਼ ਰੱਖਣ ਦੇ ਲਈ ਫਿਲਟਰ ਦੀ ਵਰਤੋਂ ਕਰਨੀ ਚਾਹੀਦੀ ਹੈ। ਅਗਲਾ ਹੈ ਵਾਹਨਾਂ ਨੂੰ
CNG ਜਾਂ ਬੈਟਰੀ ਤੇ ਚਲਾਉਣਾ ਚਾਹੀਦਾ ਹੈ? ਬੇਟਾ ਜੀ, ਦਿੱਲੀ ਇਜ਼ ਦਾ ਮੋਸਟ ਪੋਲਿਊਟਡ ਸਿਟੀ ਇਨ ਦ ਕੰਟਰੀ। ਅਗਲਾ ਪ੍ਰਸ਼ਨ ਹੈ, ਆਪਰੇਸ਼ਨ ਮੇਘਦੂਤ ਕੀ ਸੀ? ਜਾਣ ਪਛਾਣ ਕਰਵਾਓ। ਸਿਆਚਿਨ ਗਲੇਸ਼ੀਅਰ ਯੁੱਧ ਨੀਤੀ ਪੱਖੋਂ ਬਹੁਤ ਮਹੱਤਵਪੂਰਨ ਹੈ। ਇਸ ਦੇ ਉੱਪਰ ਪਾਕਿਸਤਾਨ ਆਪਣਾ ਹੱਕ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਆ ਦੇਖੋ ਬੇਟਾ, ਜਿਵੇਂ ਜੰਮੂ ਕਸ਼ਮੀਰ ਬਣਾਇਆ ਭਾਰਤ ਦਾ ਹਿੱਸਾ ਹੈ, ਇਹ ਤੁਹਾਡੀ ਸਿੰਧ ਨਦੀ ਹੈ, ਇਹ ਹੈ ਤੁਹਾਡਾ ਸਿਆਚਿਨ ਗਲੇਸ਼ੀਅਰ। ਇਹ ਤੁਹਾਡੀ ਲਾਈਨ LOC ਲਾਈਨ ਆਫ ਕੰਟਰੋਲ, ਇਹ ਹੈ LOAC ਲਾਈਨ ਆਫ ਐਕਚੁਅਲ ਕੰਟਰੋਲ। ਭਾਰਤੀ ਸੈਨਾ ਨੂੰ ਸਮੁੰਦਰ ਤਲ ਤੋਂ 6442 ਮੀਟਰ ਦੀ ਉਚਾਈ ਤੇ NH 9842 ਤੇ ਇੰਦਰਾ ਕੋਲ ਦੇ ਵਿਚਾਲੇ ਅਪ੍ਰੈਲ 1984 ਤੋਂ ਭਾਰਤ ਸੈਨਾ ਨੂੰ ਅਗਲੇਰੀਆਂ ਚੌਕੀਆਂ ਉੱਤੇ ਤੈਨਾਤ ਕੀਤਾ ਹੋਇਆ ਹੈ। ਭਾਰਤ ਦੇ ਸੈਨਿਕਾਂ ਵੱਲੋਂ ਸਿਆਚਿਨ ਗਲੇਸ਼ੀਅਰ ਉੱਤੇ ਹਰ ਵੇਲੇ ਤੈਨਾਤ ਰਹਿਣ ਦੀ ਸੈਨਿਕ ਕਾਰਵਾਈ ਨੂੰ ਆਪਰੇਸ਼ਨ ਮੇਘਦੂਤ ਦਾ ਨਾਮ ਦਿੱਤਾ ਗਿਆ ਹੈ। ਇਸ ਤਰ੍ਹਾਂ ਤੁਸੀਂ ਨਕਸ਼ਾ ਵੀ ਬਣਾ ਸਕਦੇ ਹੋ ਅੱਛੇ ਨੰਬਰ ਲੈਣ ਲਈ। ਸਿੰਧ ਜੰਗ ਸੰਧੀ ਜੰਮੂ ਅਤੇ ਕਸ਼ਮੀਰ ਦੇ ਲਈ ਨੁਕਸਾਨਦਾਇਕ ਹੋਈ ਹੈ। ਕਿਵੇਂ? ਬੇਟਾ ਉੱਤਰ ਹੈ, ਕਿਉਂਕਿ ਇਸ ਸੰਧੀ ਵਿੱਚ ਸੂਬੇ ਦੇ ਲੋਕਾਂ ਦੀਆਂ ਲੋੜਾਂ ਅਤੇ ਇੱਛਾਵਾਂ ਦਾ ਧਿਆਨ ਨਹੀਂ ਰੱਖਿਆ ਗਿਆ। ਸਨ 1960 ਦੇ ਪਾਣੀ ਦੀ 159 MAF ਮਾਤਰਾ ਘਟ ਕੇ 117 MAF ਰਹਿ ਗਈ ਹੈ। MAF ਦੀ ਫੁੱਲ ਫਾਰਮ ਹੈ ਮਿਲੀਅਨ ਏਕੜ ਫੀਟ ਪਾਣੀ। 1960 ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਸੀ, ਹੁਣ ਇਸ ਦੀ ਪਾਣੀ ਦੀ ਮਾਤਰਾ ਇਹਨਾਂ ਦਰਿਆਵਾਂ ਵਿੱਚ ਘੱਟ ਹੈ ਅਤੇ 2050 ਤੱਕ ਸਿੰਧ ਦੇ ਜਲ ਤੰਤਰ ਦੇ ਭਾਰਤੀ ਦਰਿਆਵਾਂ ਵਿੱਚ 17% ਪਾਣੀ ਘਟਣ ਦੀ ਉਮੀਦ ਹੈ। ਜੰਮੂ ਅਤੇ ਕਸ਼ਮੀਰ ਦੀ 9.7 ਲੱਖ ਏਕੜ ਤੋਂ ਵੱਧ ਭੂਮੀ ਤੇ ਖੇਤੀਬਾੜੀ ਲਈ ਸਿੰਚਾਈ ਨਹੀਂ ਕੀਤੀ ਜਾ ਸਕਦੀ। ਪ੍ਰਸ਼ਨ ਨੰਬਰ 4, ਪੰਜਾਬ ਦੀ ਭੂਗੋਲਿਕ ਸਰਮੌਰਤਾ ਬਿਆਨ ਕਰਦੇ ਕੋਈ 8 ਨੁਕਤੇ ਲਿਖੋ ਜੀ। ਬੜੇ ਹੈਡੀ ਲਿਖਤਾ ਹੈ ਪੰਜਾਬ ਦੀ ਭੂਗੋਲਿਕ ਸਰਮੌਰਤਾ, ਮਤਲਬ ਪੰਜਾਬ ਕਿਹਨਾਂ ਚੀਜ਼ਾਂ ਵਿੱਚ ਭਾਰਤ ਵਿੱਚ ਬਾਕੀ ਰਾਜਾਂ ਵਿੱਚ ਮੋਹਰੀ ਹੈ। ਅੱਗੇ ਹੈ, ਪਹਿਲਾ, ਪੰਜਾਬ ਵਿੱਚ ਕਿਨੂਆ ਦਾ ਉਤਪਾਦਨ ਦੇਸ਼ ਵਿੱਚ ਸਭ ਤੋਂ ਵੱਧ ਹੈ। ਦੂਸਰਾ, ਅੰਗੂਰਾਂ ਦੀ ਪ੍ਰਤੀ ਹੈਕਟੇਅਰ ਉਪਜ ਦੇਸ਼ ਵਿੱਚ ਸਭ ਤੋਂ ਵੱਧ ਹੈ। ਤੀਸਰਾ, ਪੰਜਾਬ ਦੇ ਹਰ ਸਾਲ 7.16 ਮੀਟ੍ਰਿਕ ਟਨ ਦੁੱਧ ਦਾ ਉਤਪਾਦਨ ਕਰ ਰਿਹਾ ਹੈ, ਜੋ ਦੇਸ਼ ਦੇ ਕੁੱਲ ਉਤਪਾਦਨ ਦਾ 10% ਬਣਦਾ ਹੈ। ਚੌਥਾ, ਪ੍ਰਤੀ ਵਿਅਕਤੀ ਅੰਡਿਆਂ ਦੇ ਉਤਪਾਦਨ ਵਿੱਚ ਮੋਹਰੀ ਦੇਸ਼ ਵਿੱਚ 35 ਪ੍ਰਤੀ ਵਿਅਕਤੀ ਹੈ, ਪਰ ਪੰਜਾਬ ਵਿੱਚ ਕਿੰਨਾ ਜੀ? 125 ਪ੍ਰਤੀ ਵਿਅਕਤੀ ਆਂਡਿਆਂ ਦੀ ਖਪਤ। ਪੰਜਵਾਂ ਹੈ, ਦੇਸ਼ ਵਿੱਚ ਪੰਜਾਬ ਤੋਂ USA ਨੂੰ ਸ਼ਹਿਦ ਦਾ ਨਿਰਯਾਤ ਕਰਦਾ ਹੈ। ਛੇਵਾਂ, ਪੰਜਾਬ ਦੇਸ਼ ਦੀ ਕਣਕ ਦਾ 22%, ਚੌਲਾਂ ਵਿੱਚ 12% ਅਤੇ ਕਪਾਹ ਵਿੱਚ 23% ਪੈਦਾ ਕਰਦਾ ਹੈ। ਪੰਜਾਬ ਦੇ ਹਰ ਪਿੰਡ ਤੇ ਹਰ ਸ਼ਹਿਰੀ ਝੁੱਗੀ ਝੌਂਪੜੀ ਵਾਲੀ ਬਸਤੀ ਵਿੱਚ ਵੀ ਮਹਿਲਾ ਸਭਾਸਦ ਸੰਘ ਹੈ। 8ਵਾਂ ਹੈ, ਪੰਜਾਬ ਦੀ ਕੁੱਲ ਭੂਗੋਲਿਕ ਰਕਬੇ ਦਾ 83% ਬਿਜਾਈ ਹੇਠ ਰਕਬਾ ਜਾਂ ਹੇਠ ਭਾਗ ਦਾ 98% ਸਿੰਚਾਈ ਹੇਠ ਹੈ। ਬੱਚੋ, ਉਮੀਦ ਕਰਦਾ ਹਾਂ ਤੁਹਾਨੂੰ ਇਹ ਪ੍ਰਸ਼ਨ ਆਪਣੀ ਕਾਪੀ ਤੇ ਉਤਾਰਨ ਵਿੱਚ ਅਤੇ ਯਾਦ ਕਰਨ ਵਿੱਚ ਸਹਾਇਕ ਹੋਣਗੇ। ਇਸੇ ਤਰ੍ਹਾਂ ਮੇਰੇ ਇਸ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ।